एस्केप वेलोसिटी अपना नेक्स्ट टॉपिक आना वा ते एस्केप वेलोसिटी पर डिफाइन किनु करदे बेटा कहंदा मतलब ऐसा च जिन्ने भी ਅਸੀਂ ਸੈਟੇਲਾइट ਜਿਹੜੇ ਐਸਾ ਚ ਛੱਡਦੇ ਆ ਠੀਕ ਹੈ ਉਹਨਾਂ ਸੈਟੇਲਾइट ਨੂੰ ਅਸੀਂ ਡਿਫਾਈਨ ਕਰਦੇ ਉਹ ਅਰਥ ਦੇ ਆਰਬਿਟ ਦੇ ਵਿੱਚ ਮੂਵ ਕਰਦੇ ਤੇ ਜੋ ਅਰਥ ਦੇ ਆਰਬਿਟ ਚ ਮੂਵ ਕਰਦੇ ਕੋਈ ਅਰਥ ਦੇ ਪੋਲ ਦੇ ਅਰਾਊਂਡ ਮੂਵ ਕਰਦਾ ਕੋਈ ਅਰਥ ਦੇ ਇਕੁਏਟਰ ਦੇ ਅਰਾਊਂਡ ਮੂਵ ਕਰਦਾ but all those satellite ठीक है they are bound with the कहता जी अर्थ ग्रेविटेशनल पुल यानी ਉਹਨਾਂ ਸੈਟੇਲਾਈਟਸ ਦੇ ਅੰਦਰ ਜਦੋਂ ਜੀ ਕਹਿੰਦੇ ਉਹਨਾਂ ਦੀ ਮੂਵਮੈਂਟ ਕੰਸੀਡਰ ਕਰਦੇ ਮੋਸ਼ਨ ਕੰਸੀਡਰ ਕਰਦੇ ਨਾ ਉਹਨਾਂ ਦੀ ਵੈਲੋਸਿਟੀ ਨੂੰ ਕਿਹਾ ਜਾਂਦਾ ਆਰਬਿਟਲ ਵੈਲੋਸਿਟੀ ਉਹਨਾਂ ਦੀ ਵੈਲੋਸਿਟੀ ਨੂੰ ਕਿਹਾ ਜਾਂਦਾ ਆਰਬਿਟਲ ਵੈਲੋਸਿਟੀ ਪਰ ਜੇ ਮੈਂ ਕਿਸੇ ਇੱਕ ਆਬਜੈਕਟ ਨੂੰ ਇੰਨੀ ਕੁ ਸਪੀਡ ਨਾਲ ਅਰਥ ਦੀ ਸਰਫੇਸ ਤੋਂ ਪ੍ਰੋਜੈਕਟ ਕਰਾਂ ਕਿ ਉਹ ਅਰਥ ਦੀ ਗ੍ਰੈਵਿਟੀ ਪੁਲ ਤੋਂ ਬਾਹਰ ਹੀ ਨਿਕਲ ਜਾਵੇ ठीक है यानी किसी ऑब्जेक्ट नो ਅਸੀਂ ਇੰਨੀ ਕੁ ਮਿਨੀਮਮ ਵੈਲੋਸਿਟੀ ਪ੍ਰੋਵਾਈਡ ਕਰੀਏ ਕਿ that will escape out of the gravity pull of the earth then the velocity of the कहना जी object is to be called as the escape velocity यानी एक टर्म अपनी ऑर्बिटल वेलोसिटी है ठीक है एक टर्म escape velocity है ऑर्बिटल वेलोसिटी की गल आगे जाके जो करांगा ठीक है escape velocity वाला टॉपिक बेसिकली ये डिफाइन करेगा you have to given some minimum velocity to an object so that the object will कहना जी cross the gravity pull of the earth ठीक है तो जेडी ऑब्जेक्ट ने अर्थ की ग्रेविटी पुल तो बाहर निकलना ते जिन्नी ਉਹਨੂੰ ਉਸ ਮੂਵਮੈਂਟ ਤੇ ਉਸ ਆਬਜੈਕਟ ਨੂੰ ਮਿਨੀਮਮ ਵੈਲੋਸਿਟੀ ਰਿਕੁਆਇਰਡ ਹੋਏਗੀ ਉਸ ਵੈਲੋਸਿਟੀ ਨੂੰ ਅਸੀਂ ਨਾਮ ਦਿੰਦੇ ਕਿ ਉਹ ਉਹਦੀ escape velocity escape velocity ਨੂੰ ਡਿਵੈਲਪ ਕਰਨ ਲੱਗੇ ਅਸੀਂ ਕੁਝ assumptions ਸ਼ੁਰੂ ਤੋਂ ਲਗਾ ਕੇ ਚੱਲਦੇ ਪਏ कि ਅਸੀਂ ਕਿਸੇ ਵੀ ਮੂਵਮੈਂਟ ਤੇ 에ਅਰ ਦੀ ਰਿਟਾਰਡਿੰਗ ਫੋਰਸ ਯਾਨੀ 에ਅਰ ਦੀ ਫ੍ਰਿਕਸ਼ਨਲ ਫੋਰਸ ਨਹੀਂ ਗਿਣਾਂਗੇ ਆਪਾਂ ਕਿਸੇ ਵੀ ਮੂਵਮੈਂਟ ਤੇ ਅਰਥ ਦੀ ਰੋਟੇਸ਼ਨ ਦਾ ਜਿਹੜਾ ਜੀ ਦੇ ਉੱਤੇ ਇਫੈਕਟ ਆ ਉਹ ਕਿਤੇ ਕੰਸੀਡਰ ਨਹੀਂ ਕਰਦੇ ਪਏ ਠੀਕ ਹੈ ਇਹਨਾਂ ਫੈਕਟਰਸ ਨੂੰ ਐਸ ਸੱਚ ਅਸੀਂ ਕਹਿੰਦਾ ਜੀ ਜਿਹੜਾ ਉਹਨੂੰ ਅਸੰਪਸ਼ਨ ਬਣਾ ਕੇ ਪਹਿਲਾਂ ਰੱਖ ਕੇ ਚੱਲਾਂਗੇ ਤੇ ਉਸ ਮੂਵਮੈਂਟ ਤੇ ਫਿਰ ਜਿਹਦੀ ਡੈਫੀਨੇਸ਼ਨ ਡਿਫਾਈਨ ਕਰੀਏ ਤਾਂ ਫਿਰ ਲੱਗਾ ਕਿ ਇਟ ਇਜ਼ ਦ ਮਿਨੀਮਮ ਵੈਲੋਸਿਟੀ ਇਟ ਇਜ਼ ਦ ਮਿਨੀਮਮ ਵੈਲੋਸਿਟੀ with which the object is projected in vertically upward direction so that it may cross the gravity pull of the earth. It is the minimum velocity with which the body is projected in vertically upward direction so that it may cross the gravity pull of the earth. तो फिर उस इंस्टेंट दे वो escape velocity की वैल्यू उन्हें क्या केड़े-केड़े वेरिएबल पे डिपेंडेंट है जिनको दा फार्मूला ड्राइव करना तो मैंने केड़े-केड़े फैक्टर चाहिए क्या डेफिनेशन क्लियर है Yes, sir. Yes, sir. देख मैं लास्ट टाइम डेफिनेशन रिपीट कर रहा इट इज द मिनिमम वेलोसिटी with which the body is projected in vertically upward direction so that it will cross the gravity pull of the earth है ना ਉਹਦੇ ਲਈ ਉਹਨੇ ਇਸੇ ਡੈਫੀਨੇਸ਼ਨ ਦੇ ਬਿਹਾਫ ਤੇ ਇੱਕ ਦੀ ਡੈਰੀਵੇਸ਼ਨ ਕਿੱਦਾਂ ਬਣਾਣੀ ਆ we are considering a body is placed on the surface of earth ਇਨੀਸ਼ੀਅਲੀ ਆਪਾਂ ਮੰਨ ਕੇ ਚੱਲ ਰਹੇ ਕਿ ਵੀ ਇੱਕ ਆਬਜੈਕਟ ਆ ਜਿਹੜਾ ਅਰਥ ਦੀ ਸਰਫੇਸ ਤੇ ਪਿਆ ਠੀਕ ਹੈ ਜੀ ਇਹਦਾ ਅਰਥ ਦਾ ਰੇਡੀਅਸ r ਹੋ ਗਿਆ ਅਰਥ ਦਾ ਮਾਸ ਕੈਪੀਟਲ m ਆ ਜਿਹੜਾ ਅਰਥ ਦੇ ਸੈਂਟਰ ਤੇ ਕਨਸੈਂਟਰੇਟ ਕਰਦਾ ਪਿਆ ਅਰਥ ਦੀ ਸਰਫੇਸ ਤੋਂ ਆਪਾਂ ਕਿ ਜੀ ਬੋਡੀ ਇਸ ਵੇਲੇ ਕੁਝ ਹਾਈਟ ਤੇ ਪਈ ਆ किसी a पॉइंट पे बॉडी गई ठीक है बॉडी एट दिस मोमेंट विल लाई एट द पॉइंट a ठीक है बॉडी a पॉइंट पे होते हैं एंड लेट बी डिस्प्लेस द बॉडी फ्रॉम a टू स्मॉल डिस्टेंस b ਤੁਸੀਂ ਬॉडी ਨੂੰ a to b स्मॉल डिस्प्लेसमेंट dx करानी है ठीक है ਅਸੀਂ ਕਹਾਂ ਜੀ ਜੇ ਮੈਂ ਬॉडी ਨੂੰ ਫਾਈਨਲੀ ਐਸਟ ਮੈਂ ਇਹਨੂੰ ਇਨਫਿਨਿਟੀ ਤੇ ਸੁੱਟਣਾ ਜਿਹੜੀ ਪੁੱਤੇ ਆਪਾਂ ਕੱਲ ਦੋ ਡੈਰੀਵੇਸ਼ਨ ਕੀਤੀਆਂ ਲਾਸਟ ਪੋਟੈਂਸ਼ੀਅਲ ਤੇ ਪੋਟੈਂਸ਼ੀਅਲ એનર્ਜੀ ਮੈਂ ਕੋਈ ਉਹਨਾਂ ਦੀ ਡੈਫੀਨੇਸ਼ਨ ਬੋਲ ਰਿਹਾ ਇਹਨਾਂ ਕੰਪੇਅਰ ਕਰਿਓ ਉਹ ਅਸੀਂ ਕਹਿੰਦੇ ਸੀ ਮਿਨੀਮਮ ਅਮਾਉਂਟ ਆਫ ਵਰਕ ਡਨ minimum amount of work done in bringing a body of a unit mass or finite mass from infinity to given point ਉਦੋਂ body infinity ਤੋਂ as such gravity pull ਦੇ ਅੰਦਰ ਆ ਰਹੀ ਹੈ ਹੁਣ ਇਸ ਮੂਵਮੈਂਟ ਤੇ ਅਸੀਂ ਕਹਿੰਦੇ ਅਸੀਂ ਬੋਡੀ ਨੂੰ ਇੰਨੀ ਕੁ ਸਪੀਡ ਦੇਣੀ ਆ ਕਿ ਬੋਡੀ ਗ੍ਰੈਵਿਟੀ ਪੁੱਲ ਤੋਂ ਬਾਹਰ ਨਿਕਲੇ ਤੇ ਅਸੀਂ ਮੰਨ ਕੇ ਚੱਲਦੇ ਗ੍ਰੈਵਿਟੀ ਪੁੱਲ ਖਤਮ ਹੁੰਦੀ ਇਨਫਿਨਿਟੀ ਦੀ ਯਾਨੀ ਅਸੀਂ ਬੋਡੀ ਨੂੰ ਅਰਥ ਦੀ ਸਰਫੇਸ ਤੋਂ ਚੁੱਕ ਕੇ ਇਨਫਿਨਿਟੀ ਤੱਕ ਸੁੱਟਣਾ ਚਾਹ ਰਹੇ ਜਿਹੜੀ ਪਿਛਲੇ ਟੌਪਿਕਸ ਦੇ ਅੰਦਰ ਲਿਮਿਟ ਇਨਫਿਨਿਟੀ ਤੇ r ਸੀਗੀ ਇਨਫਿਨਿਟੀ ਤੇ r ਸੀ ਲੋਅਰ ਲਿਮਿਟ ਇਨਫਿਨਿਟੀ ਸੀ ਅਪਰ ਲਿਮਿਟ r ਸੀ ਹੁਣ ਪੁੱਠਾ ਹੋ ਜਾਣਾ ਹੁਣ ਬੋਡੀ ਅਰਥ ਦੀ ਸਰਫੇਸ ਤੋਂ ਚੁੱਕਦੇ ਪਏ ਜਿਹਦਾ ਐਸਐਚ ਡਿਸਟੈਂਸ ਸੈਂਟਰ ਤੋਂ r ਆ ਠੀਕ ਹੈ ਤੇ ਬੋਡੀ ਨੂੰ ਇਨਫਿਨਿਟੀ ਤੇ ਸੁੱਟਦੇ ਪਏ ਇਹਦਾ ਮਤਲਬ ਲਿਮਿਟ ਰਿਵਰਸ ਹੋ ਕੇ ਲੱਗਣੀ ਹੈ
इसलिए इस चीज का डिफरेंस ध्यान च रखियो बेटा। सो इस मूवमेंट का ਆਪਾਂ डिफाइन करे करन लगे कि इस इंस्टेंट ते ਜਦੋਂ ਤੁਸੀਂ ਬੋਡੀ ਅਰਥ ਦੀ ਸਰਫੇਸ ਤੋਂ ਇਨਫਿਨਿਟੀ ਤੇ ਸੁੱਟਣੀ ਆ, we are calculating the work done, we are calculating the work done in displacing the body through small distance against the gravity। ਉਹ ਜਿਹੜੇ ਪਿਛਲੇ ਦੋ ਟਾਪਿਕ ਪੜੇ ਗ੍ਰੈਵਿਟੇਸ਼ਨ ਪੋਟੈਂਸ਼ੀਅਲ ਦੇ ਪੋਟੈਂਸ਼ੀਅਲ એનર્ਜੀ ਉਹ ਚ ਇਨ ਫੇਵਰ ਆਫ ਕਹਿੰਦਾ ਜੀ ਬੋਡੀ ਅਸੀਂ ਲੈ ਕੇ ਆਉਂਦੇ, ਯਾਨੀ ਜਿਹੜਾ ਸੋਰਸ ਮਾਸ ਆ ਉਹ ਚੀਜ਼ ਨੂੰ ਆਪਣੇ ਵੱਲ ਖਿੱਚਦਾ ਸੀ, ਉਹਦਾ ਵਰਕ ਸੀਗਾ। ਹੁਣ ਅਸੀਂ ਬੋਡੀ ਗ੍ਰੈਵਿਟੀ ਦੇ ਅਗੇਂਸਟ ਉੱਪਰ ਨੂੰ ਸੁੱਟਦੇ ਪਏ है ना, इसलिए जेडी फोर्स इस मूवमेंट पे ਆਪਾਂ ਅਪਲਾਈ ਕਰਦੇ ਪਏ that force should be acting in upward direction। क्या आगे समझ लगी? यस सर रिपीट करियो। जेडी फोर्स ਤੁਸੀਂ ਲਗਾ ਕੇ ਬੋਡੀ ਨੂੰ ਉੱਪਰ ਸੁੱਟਣਾ ਵਾ ਉਹ ਗ੍ਰੈਵਿਟੀ ਦੇ ਅਗੇਂਸਟ ਹੋਗੀ। यस सर यस सर। फोर्स ऑन अप्लाइड फोर्स आ ਉਹ ਗ੍ਰੈਵਿਟੀ ਦੇ ਫੋਰਸ ਦੇ ਅਗੇਂਸਟ ਆ, ਠੀਕ ਹੈ। ਤੇ ਡਿਸਪਲੇਸਮੈਂਟ ਵੀ ਇਹਦੀ ਉੱਪਰ ਨੂੰ ਹੋਣੀ ਆ। इस इंस्टेंट ਤੇ ਫਿਰ ਉਹਨੇ ਕਿਹਾ ਜੀ ਸਮਾਲ ਡਿਸਪਲੇਸਮੈਂਟ ਦੀ ਵਰਕ ਕੱਢ ਦਿਓ, ਫਿਰ ਇਹਨਾਂ ਦੀ ਸਮਾਲ ਡਿਸਪਲੇਸਮੈਂਟ ਦਾ ਵਰਕ, ਫਿਰ ਇਹਨਾਂ ਦੀ ਸਮਾਲ ਡਿਸਪਲੇਸਮੈਂਟ, ਤੇ ਇਹਨੇ ਟੋਟਲ ਵਰਕ ਕੈਲਕੂਲੇਟ ਕਰਨ ਦਾ ਮੈਥਡ ਕੀ ਆ, ਇੱਕ ਸਮਾਲ ਪਾਰਟ ਦਾ इंटीग्रेशन ਇੰਟੀਗ੍ਰੇਟ ਕਰਾਂ। तो इन्हें शुरू इतो कर रहे हैं, ठीक है जी। जे मैथमेटिकल थ्योरी दी है तो ਆਪਾਂ एफ सच एक आर्टिकल च लिख के दे रहे हैं। कंसीडर अ बॉडी ऑफ मास m, consider a body of mass m is placed at a distance x center ਤੋਂ ਇਸ ਵੇਲੇ a ਪੁਆਇੰਟ ਜਿਹੜਾ ਵਾ ਉਹ x ਡਿਸਟੈਂਸ ਤੇ ਆ ਜਿੱਥੋਂ ਬੋਡੀ ਅਸੀਂ ਮੂਵ ਕਰਾਣੀ, ठीक है जी। कंसीडर a body of mass m is placed at a distance x from center of earth, let dx be the displacement of the body, dx be the displacement of the body against gravity ठीक है। dx ਅਸੀਂ ਬੋਡੀ ਦੀ ਡਿਸਪਲੇਸਮੈਂਟ ਕਰਾਣੀ ਹੈ ਗ੍ਰੈਵਿਟੀ ਦੇ ਅਗੇਂਸਟ by applying the force F, and dw be the amount of work done for it। पर इस सारे वास्ते ਅਸੀਂ ਜਿਹੜਾ वर्क परफॉर्म ਕੀਤਾ वो dw आ गया, dw be the amount of work done for it। क्या थ्योरी समझ आई जी? सर एफ एंड तो यस बाद की लिखा हुआ डीडब्ल्यू बेटा अपना एसएच वर्क कितना ना, dw be the amount of work done। ਅਸੀਂ ਜੇ ਬੋਡੀ ਦੀ f ਫੋਰਸ ਲਗਾ ਕੇ dx ਡਿਸਪਲੇਸਮੈਂਟ ਕਰਾਈ ਆ ਤੇ ਜਦੋਂ ਬੋਡੀ ਦੀ ਡਿਸਪਲੇਸਮੈਂਟ ਕਰਾਵਾਂਗੇ ਤਾਂ ਸਮ ਵਰਕ ਹੈਸ ਟੂ ਬੀ ਡਨ। यस सर ਉਹ ਕਹਿੰਦਾ ਜੀ ਫਿਰ ਉਸ ਵਰਕ ਦੀ ਵੈਲਿਊ ਡਿਫਾਈਨ ਕਰ ਦੋ। देयरफॉर ਆਪਣੇ ਕੋਲ dw ਦੀ ਵੈਲਿਊ ਡਿਫਾਈਨ ਕਰ ਲਓ ਤੇ dw ਆ ਜਾਏਗਾ f dx। f ਜਿਹੜੀ ਫੋਰਸ ਇਸ ਮੂਵਮੈਂਟ ਤੇ a ਪੁਆਇੰਟ ਤੇ ਬੋਡੀ ਤੇ ਲਗਾਣੀ ਆ, ਹਨਾ। ਕਹਿੰਦਾ ਪੁੱਤ ਜਿੰਨੀ ਫੋਰਸ ਨਾ ਆ ਚੌਕ ਨੂੰ ਗ੍ਰੈਵਿਟੀ ਥੱਲੇ ਖਿੱਚਦੀ ਪਈ ਆ, ਮਿਨੀਮਮ ਮੈਂ ਓਨੀ ਫੋਰਸ ਤੇ ਉੱਪਰ ਨੂੰ ਲਗਾਉਂਗਾ। यस सर ਇਹਦਾ ਮਤਲਬ ਜਿਹੜਾ ਹੋਏਗਾ f ਤੁਹਾਡੀ ਅਪਲਾਈਡ ਫੋਰਸ ਆ, ਬਟ ਅਪਲਾਈਡ ਫੋਰਸ ਦੀ ਵੈਲਿਊ ਇਸ ਵੇਲੇ ਜਿਹੜੀ ਆ ਮੇਰੇ ਕੋਲ ਅਰਥ ਦਾ ਮਾਸ ਆ ਗਿਆ ਤੇ ਜਿਹੜਾ ਇੱਥੇ ਮੇਰੇ ਕੋਲ ਮਾਸ ਸਮਾਲ m ਹੈਗਾ, ਜਿਨ੍ਹਾਂ ਵਿਚਲਾ ਇਸ ਵੇਲੇ ਡਿਸਟੈਂਸ x ਆ, ਇਹਦੇ ਵਿਚਲੀ ਜਿੰਨੀ ਫੋਰਸ ਥੱਲੇ ਨੂੰ ਲੱਗਦੀ ਪਈ ਗ੍ਰੈਵਿਟੀ ਦੀ ਉਹਦੇ ਬਰਾਬਰ ਦੀ ਤੁਹਾਡੀ f ਫੋਰਸ ਹੋਏਗੀ। ਇਸ ਲਈ ਜੇ ਤੇ ਡਿਫਾਈਨ ਕਰੀਏ ਤਾਂ ਆਪਾਂ ਇੱਥੇ ਡਿਫਾਈਨ ਨਹੀਂ ਕਰ ਰਹੇ। here f equal to gmm over x square। क्या फॉर्मूला क्लियर क्यों बताया? यस सर। तो इस f की वैल्यू पुट अप कर लो तो देयरफॉर अपने को dw की वैल्यू कितनी आ गई जी, तो देन b राइट इट इज इक्वल टू gmm by x square into dx। ठीक है, ये मेरे को एज सच dx डिस्प्लेसमेंट करान लगे, ठीक है। ਜਦੋਂ ਬੋਡੀ ਸੈਂਟਰ ਤੋਂ x ਡਿਸਟੈਂਸ ਤੇ ਸੀਗੀ ਤੇ dw ਬੋਡੀ ਦਾ ਵਰਕ ਆਇਆ। ਸਮੀਖਿਆ ਕੀ ਹੋਇਆ ਬੇਟਾ? समीक्षा कुछ पूछना? नहीं सर कुछ नहीं। ਮੈਨੂੰ ਇਹਦਾ ਨਹੀਂ ਮਤਲਬ ਪਤਾ। ਅੱਜ ਇੱਥੇ ਲਿਖਿਆ ਆਇਆ ਸਮੀक्षा ਢਿੰਗਰਾ ਰੇਸਡ ਹੈਂਡ, ਇਹਦਾ ਕੁਝ ਮਤਲਬ ਕੀ ਹੁੰਦਾ ਹੀ ਆ? ਸਮੀक्षा
चलो सो DW ਦੇ ਇਕੁਇਵਲੈਂਟ ਵਰਕ ਪਰਫਾਰਮ ਕੀਤਾ ਹੈ F ਦੀ ਵੈਲਿਊ GM ਅਤੇ X ਸਕੇਲ ਤੇ ਪੁੱਟ ਅਪ ਕਰ ਦਿਓ ਠੀਕ ਹੈ ਇਨਟੂ DX ਉਹਦਾ ਵਰਕ ਡਨ ਡਿਫਾਈਨ ਕਰਨ ਲਈ ਆ ਸਮਾਲ ਡਿਸਪਲੇਸਮੈਂਟ ਲਈ ਸਮਾਲ ਵਰਕ ਆ ਗਿਆ ਹੁਣ ਅਸੀਂ ਟੋਟਲ ਵਰਕ ਕਿੱਥੋਂ ਲੈ ਕੇ ਕਿੱਥੇ ਤੱਕ ਕਰਨਾ ਅਸੀਂ ਬਾਡੀ ਅਰਥ ਦੀ ਸਰਫੇਸ ਤੋਂ ਚੁੱਕਣੀ ਆ ਤੇ ਇਨਫਿਨਿਟੀ ਤੇ ਲੈ ਕੇ ਜਾਣੀ ਇਸ ਲਈ ਨੈਕਸਟ ਟਾਈਮ ਕੀ ਆ ਜਾਏਗਾ ਟੂ ਕੈਲਕੂਲੇਟ total work done in moving the body from surface of earth और अर्थ दी सरफेस अर्थ दे सेंटर तो कैपिटल R डिस्टेंस ते उत्ते हैगी है ठीक है फ्रॉम सरफेस ऑफ अर्थ टू इनफिनिटी ठीक है ਆਪਾਂ ਐਸਾ ਕह रहे कि टोटल वर्क ਕੱਢਣਾ ਇਹ स्मॉल वर्क स्मॉल डिस्प्लेसमेंट ਦਾ ਆਇਆ ਤੇ ਜੇ ਮੈਂ ਇਦਾਂ टोटल वर्क ਕੱਢਣਾ ਬੋਡੀ ਨੂੰ ਅਰਥ ਦੀ ਸਰਫੇਸ ਤੋਂ ਚੁੱਕ ਕੇ ਇਨਫਿਨਿਟੀ ਤੱਕ ਲੈ ਕੇ ਜਾਣ ਲਈ ਠੀਕ ਹੈ ਨਾ ਜੀ ਇੰਟੀਗ੍ਰੇਟ ਕਰ ਦੋ इंटीग्रेट इक्वेशन 1 विद लिमिट ਤੇ ਪੁੱਤ ਸਿਰਫ ਆ ਕੱਲ ਵਾਲੀ ਹੀ ਸੇਮ ਡਿਟੋ ਵਰਡ ਚ ਡੈਰੀਵੇਸ਼ਨ ਕਰਦੇ ਪਏ ਪਰਸੋਂ ਵਾਲੀ ਠੀਕ ਹੈ ਸਿਰਫ ਫਰਕ ਇੰਨਾ ਵਾ ਕਿ ਵੀ ਲਿਮਿਟ ਪੁੱਠੀ ਲੱਗਣੀ ਹੈ ਉਹ ਚ ਲਿਮਿਟ ਇਨਫਿਨਿਟੀ ਤੋਂ r ਸੀ ਇਹ ਚ ਲਿਮਿਟ ਸਰਫੇਸ ਤੋਂ ਇਨਫਿਨਿਟੀ ਇਸ ਲਈ ਇਹਦੇ ਅੰਦਰ ਡੈਰੀਵੇਸ਼ਨ ਦੇ ਸਟੈਪ ਉਹੀ ਆ ਜਿਹੜੇ ਪਰਸੋਂ ਵਾਲੇ ਆ ਸਾਰੇ ਦੇ ਸਾਰੇ ਇੱਕ ਸਾਈਡ ਤੇ ਇੰਟੀਗ੍ਰੇਸ਼ਨ dw ਦੀ एक साइड पे इंटीग्रेशन gmm/x² into dx ਦੀ ਇੰਟੀਗ੍ਰੇਸ਼ਨ ਦੀ ਲਿਮਿਟ ਲਾਈਏ ਜਦੋਂ ਬਾਡੀ ਅਰਥ ਦੀ ਸਰਫੇਸ ਤੇ ਪਈ ਆ ਹੈਨਾ ਇਹ ਮਤਲਬ ਗ੍ਰੈਵਿਟੀ ਦੇ ਇਨਫਲੂਐਂਸ ਆ ਹਜੇ ਅਸੀਂ ਉਹਨੂੰ ਚੁੱਕ ਕੇ ਉੱਥੋਂ ਲੈ ਕੇ ਨਹੀਂ ਗਏ ਯਾਨੀ ਜੇ ਬਾਡੀ ਮੇਰੀ ਅਰਥ ਦੀ ਸਰਫੇਸ ਤੇ ਪਈ ਆ ਤੇ ਇਸ ਲਈ ਇਹਨੂੰ ਇੱਥੇ ਰੱਖਣ ਵਾਸਤੇ ਕੋਈ ਵਰਕ ਨਹੀਂ ਕਰਦੇ ਜਦੋਂ ਇਹਨੂੰ ਮੈਂ ਇੱਥੋਂ ਚੁੱਕ ਕੇ ਇਨਫਿਨਿਟੀ ਤੇ ਲੈ ਕੇ ਜਾਣਾ ਤੇ ਮੇਰਾ ਮੈਕਸਿਮਮ ਵਰਕ ਅਸੀਂ ਮੰਨ ਲਾਂਗੇ w ਆ ਗਿਆ ਇਹਦਾ ਮਤਲਬ ਜੇ ਮੈਂ ਆ ਕਹਾਂ ਕਿ ਬਾਡੀ ਦੀ ਇਨੀਸ਼ੀਅਲ ਪੋਜੀਸ਼ਨ r ਆ x ਸੈਂਟਰ ਤੋਂ ਲੈ ਕੇ ਉਸ ਪੁਆਇੰਟ ਤੱਕ ਦਾ ਡਿਸਟੈਂਸ ਆ ਜਿੱਥੇ ਤੁਹਾਡੀ ਬਾਡੀ ਇਸ ਵੇਲੇ ਲਾਈ ਕਰਦੀ ਆ ਤੇ ਜੇ ਮੇਰੀ ਬਾਡੀ ਸੈਂਟਰ ਤੋਂ ਇਸ ਪੋਜੀਸ਼ਨ ਤੇ ਲਾਈ ਕਰਦੀ ਹੋਈ ਤੇ ਉਹਦੀ ਇਨੀਸ਼ੀਅਲ ਪੋਜੀਸ਼ਨ r ਦੇ ਬਰਾਬਰ ਹੋ ਯੈਸ ਸਰ ਤੇ ਜਦੋਂ ਬਾਡੀ ਸਰਫੇਸ ਦੇ ਉੱਤੇ ਪਈ ਆ ਤੇ ਮਤਲਬ ਉਹਦਾ ਇਨੀਸ਼ੀਅਲ ਵਰਕ 0 ਹੋਏਗਾ ਕਿਆ ਦੋਨੋਂ ਲਿਮਿਟ ਜਿਹੜੀਆਂ ਲੋਅਰ ਐਂਡ ਤੇ ਲਾਈਆਂ ਕਿਆ ਇਹ ਕਲੀਅਰ ਆ ਇੱਧਰ 0 ਤੇ ਇੱਧਰ r ਕਿਉਂ ਲਗਾਇਆ ਯੈਸ ਸਰ Yes. ਬਾਡੀ ਅਸੀਂ ਅਰਥ ਦੀ ਸਰਫੇਸ ਤੋਂ ਚੁੱਕੀ ਹਾਂਜੀ ਹੁਣ ਬਾਡੀ ਅਸੀਂ ਅਰਥ ਦੀ ਸਰਫੇਸ ਤੋਂ ਲਿਫਟ ਕੀਤੀ ਬੇਟਾ ਔਰ ਅਸੀਂ ਕਹਿੰਦੇ ਸੀ ਇਨਫਿਨਿਟੀ ਤੇ ਛੁੱਟੀ ਹੈ ਇਹਦਾ ਮਤਲਬ ਇਹਦੀ ਅਪਰ ਲਿਮਿਟ ਲੈ ਕੇ ਚੱਲਾਂ ਤੇ ਮੇਰੀ ਇਨਫਿਨਿਟੀ ਹੋ ਠੀਕ ਹੈ ਤੇ ਜੇ ਮੈਂ ਇਨਫਿਨਿਟੀ ਤੱਕ ਲੈ ਕੇ ਗਿਆ ਤਾਂ ਅਸੀਂ ਕਹਿੰਦੇ ਜੀ ਮੈਕਸਿਮਮ ਵਰਕ ਮੇਰਾ w ਆ क्या लिमिट दोनों पासे क्लियर यस सर Yes. Yes. के अंदर इधर ही होगा पिछले आर्टिकल ਦੇ ਅੰਦਰ ਆਪਣੇ ਕੋਲ ਲਿਮਿਟ ਇਨਫਿਨਿਟੀ ਟੂ ਇੱਥੇ ਇਨਫਿਨਿਟੀ ਤੇ ਇੱਥੇ r ਸੀਗਾ ਹੁਣ ਲਿਮਿਟ ਪੁੱਠੀ ਲੱਗੀ ਹੋਈ ਆ ਕੀ ਸਮਝ ਲੱਗਿਆ Yes. Yes, sir. Yes, sir. ਇੰਟੀਗ੍ਰੇਸ਼ਨ ਕਰੀਏ ਇਧਰ ਆਪਣੇ ਕੋਲ ਇੰਟੀਗ੍ਰੇਸ਼ਨ ਹੋਰ ਕਿਸੇ ਚੀਜ਼ ਦੀ ਨਹੀਂ ਤੇ ਬਣਦੀ ਆ ਤੇ ਬਣਦੀ ਇੰਟੀਗ੍ਰੇਸ਼ਨ ਆਪਣੀ w ਆ ਜਾਣੀ w - 0 w ਰਹਿ ਜਾਣਾ ਯਾਨੀ ਆ ਸਾਈਡ ਸੋਲਵ ਕਰਕੇ ਆਪਣਾ w ਆ ਗਿਆ ਕਲੀਅਰ ਆ यस सर ਹੁਣ ਜੇ ਦੂਜੇ ਪਾਸੇ ਚਲੀਏ ਇੱਥੇ gmm ਆਪਣੇ ਕੋਲ ਜਿਹੜਾ ਬਾਹਰ ਆ ਜਾਣਾ ਇੰਟੀਗ੍ਰੇਸ਼ਨ 1/x² ਬਚਣਾ ਤੇ 1/x² ਨੂੰ ਸੀ x ਪਾਵਰ -2 ਲਿਖ ਸਕਦੇ Yes. Yes. x पावर -2 लिख दो लिमिट दी r टू इनफिनिटी क्या क्लियर है यस सर ਹੁਣ ਇੱਥੇ ਜੇ ਅਸੀਂ ਇਹਦੀ ਇੰਟੀਗ੍ਰੇਸ਼ਨ ਕਰੀਏ ਬੇਟਾ ਤੇ ਇਹ ਪਰਸੋਂ ਸਾਰੇ ਸਟੈਪ ਐਕਸਪਲੇਨ ਕੀਤੇ ਹੋਏ ਆਪਾਂ ਇੰਟੀਗ੍ਰੇਸ਼ਨ ਕਰਾਂਗੇ ਪਾਵਰ ਰੂਲ ਸੀਗਾ ਜਿੰਨੀ ਪਾਵਰ 1 ਪਲੱਸ ਕਰ ਦਿਓ ਨਵੀਂ ਪਾਵਰ ਦੇ ਨਾਲ ਇਹਨੂੰ ਡਿਵਾਈਡ ਕਰ ਲਓ ਠੀਕ ਹੈ ਜੀ ਇਹਦੇ ਵਿੱਚ ਇਹਨੂੰ ਆਪਾਂ ਨੈਕਸਟ ਸਟੈਪ ਬਣਾਈਏ ਤੇ ਆਪਣੇ ਕੋਲ ਨੈਕਸਟ ਸਟੈਪ ਬਣ ਜਾਣਾ देयरफॉर w इक्वल टू ठीक है जी gmm इनटू इंटीग्रेशन हो रही इस करके ਇਹਦੇ ਤੇ ਇੰਟੀਗਰਲ ਦਾ ਸਾਈਨ ਹਟ ਜਾਏਗਾ ਜਿੱਥੇ ਟਰਮ ਆ ਜਾਏਗੀ x ਪਾਵਰ -2 + 1 x ਪਾਵਰ -2 + 1 ਓਵਰ -2 + 1 ਤੇ ਲਿਮਿਟ ਆਪਣੀ ਸੀਗੀ ਇਹਦੀ ਜਿਹੜੀ ਐਸ ਚ ਬਣੀ r ਟੂ ਇਨਫਿਨਿਟੀ ਕਲੀਅਰ ਆ यस सर चल नेक्स्ट लाइन के अंदर इनको एडजस्ट करो ते w ਦਾ ਫਾਰਮੂਲਾ ਆ ਜਾਏਗਾ -2 + 1 -1 ਬਾਹਰ ਕੱਢ ਲਓ -gmm x ਪਾਵਰ -1 ਬਚਣੀ ਆ ਤੇ x ਪਾਵਰ -1 ਨੂੰ ਅਸੀਂ 1/x ਲਿਖ ਲਓ डिवाइडेड बाय
यानी r टू इनफिनिटी आ गया। ਹੁਣ ਇੱਕ ਵਾਰੀ x ਦੀ ਥਾਂ ਤੇ ਅਪਰ ਲਿਮਿਟ, ਇੱਕ ਵਾਰੀ ਲੋਅਰ ਲਿਮਿਟ। ਇਹ ਮਤਲਬ ਆਪਣੇ ਕੋਲ ਜਿੱਥੇ ਵਰਕ ਲਿਖੀਏ ਤੇ ਵੈਲਿਊ ਆ ਜਾਏਗੀ -gmm into 1 by infinity minus 1 by r। क्या स्टेप क्लियर है? Yes, sir. therefore अपने को वर्क दी वैल्यू आ गई, ठीक है जी। 1 by infinity 0 हो जाना, माइनस माइनस प्लस हो जानी, एमल वर्क दी वैल्यू प्लस gmm by r आ गया। इतनी गल समझ लगी? Yes, sir. ਇੱਥੇ ਡੈਰੀਵੇਸ਼ਨ ਹੁਣ ਰੋਕ ਰਹੇ ਹਾਂ, ਹਜੇ ਕੰਪਲੀਟ ਨਹੀਂ ਹੋਈ, ਪਹਿਲਾਂ ਗੱਲ ਸਮਝੋਗੇ ਹੁਣ ਇੱਥੇ ਧਿਆਨ ਨਾਲ। ਆਪਣਾ ਵਰਕ ਕੱਚ ਆਇਆ ਵਾ, ਵਰਕ ਦੀ ਵੈਲਿਊ ਕਿੰਨੀ ਆਈ ਆ? GMM by R। प्लस gmm by r। मैं ਜਿਹੜੇ ਮੇਨ ਸਾਈਨ ਨਾਲ ਜਿਹੜੀ ਗੱਲ ਕਰਨ ਲੱਗਿਆ ਉਹ ਸਾਈਨ ਦੀ ਆ ਬੇਟਾ, ਧਿਆਨ ਨਾਲ ਸਮਝਿਓ। ਜਦੋਂ ਕੱਲ ਆਪਾਂ ਡੈਰੀਵੇਸ਼ਨ ਕਰਦੇ ਪਏ ਸੀ ਗ੍ਰੈਵਿਟੇਸ਼ਨ ਪੋਟੈਂਸ਼ੀਅਲ એનર્ਜੀ, ਡਿਟੋ ਵਰਡ ਚ ਹੀ ਸਾਰਾ ਕੁਝ ਸੀਗਾ। ਇੱਥੇ ਵਰਕ -gmm by r ਆਇਆ ਸੀ। ਆਪਾਂ ਉਦੋਂ ਕਿਹਾ ਸੀ ਜਿੰਨਾ ਅਸੀਂ ਵਰਕ ਕੀਤਾ ਉਹ ਵਰਕ ਬੋਡੀ ਦੇ ਅੰਦਰ ਗ੍ਰੈਵਿਟੇਸ਼ਨ ਪੋਟੈਂਸ਼ੀਅਲ એનર્ਜੀ ਬਣ ਕੇ ਸਟੋਰ ਹੋ ਜਾਂਦਾ, ਠੀਕ ਹੈ। ਤੇ ਨਾਲ ਹੀ ਮੈਂ ਉਹਦੇ ਇੱਕ ਗੱਲ ਜੋੜੀ ਸੀ, ਠੀਕ ਹੈ, ਉਸੇ ਦੀ ਗੱਲ ਨਾਲ ਜੋੜਨ ਲੱਗਿਆ। ਅਸੀਂ ਇੱਕ ਵਰਡ ਇਹ ਲਿੱਤਾ ਸੀਗਾ ਕਿ ਜੇ ਮੈਂ ਫੋਰਸ ਦੀ ਗੱਲ ਕਰਾਂ, ਜਦੋਂ ਵੀ ਵਰਕ ਦੀ ਵੈਲਿਊ ਜਾਂ ਜਦੋਂ ਵੀ ਪੋਟੈਂਸ਼ੀਅਲ એનર્ਜੀ ਦੀ ਵੈਲਿਊ, ਜਦੋਂ ਵੀ ਪੋਟੈਂਸ਼ੀਅਲ એનર્ਜੀ ਦੀ ਵੈਲਿਊ ਤੁਹਾਡੀ ਨੈਗੇਟਿਵ ਚ ਆਏਗੀ, ਹਮੇਸ਼ਾ ਉਹਦਾ ਮਤਲਬ ਇਹ ਹੋਏਗਾ ਕਿ ਦੋ ਆਬਜੈਕਟ ਦੇ ਵਿੱਚ ਜਿਹੜੀ ਫੋਰਸਸ ਹੈਗੀਆਂ, ਇੱਕ ਦਾ ਮਾਸ ਕੈਪੀਟਲ ਐਮ, ਇੱਕ ਦਾ ਮਾਸ ਸਮਾਲ ਐਮ, ਜਿਹੜੇ ਦੋ ਮਾਸਸ ਗਿਵਨ ਆ ਉਹਨਾਂ ਦੋ ਦੇ ਅੰਦਰ ਜਿਹੜੀ ਫੋਰਸਸ ਆ ਉਹ ਅਟਰੈਕਟਿਵ ਨੇਚਰ ਦੀ ਹੈ, ठीक है। मैं फिर लाइन रिपीट कर रहा, ਜਦੋਂ ਵੀ ਗ੍ਰੈਵਿਟੇਸ਼ਨ ਪੋਟੈਂਸ਼ੀਅਲ એનર્ਜੀ ਦੀ ਵੈਲਿਊ ਜਾਂ ਵਰਕ ਦੀ ਵੈਲਿਊ ਆਪਣੀ ਨੈਗੇਟਿਵ ਆਂਦੀ ਹੋਈ ਤੇ ਹਮੇਸ਼ਾ ਉਹਦਾ ਮਤਲਬ ਇਹ ਹੈਗਾ ਕਿ ਦੋ ਆਬਜੈਕਟ ਦੇ ਅੰਦਰ ਅਟਰੈਕਟਿਵ ਫੋਰਸ ਆ, ਯਾਨੀ ਫੋਰਸ ਆਫ ਅਟਰੈਕਸ਼ਨ ਉਸੇ ਦਿਖਾਣਾ ਹੋਵੇ ਦੋ ਆਬਜੈਕਟ ਦੇ ਅੰਦਰ, ਤੇ ਜਿਹੜਾ ਵਰਕ ਜਾਂ ਪੋਟੈਂਸ਼ੀਅਲ એનર્ਜੀ ਹੋਏਗੀ ਨਾ ਉਹ ਹਮੇਸ਼ਾ ਤੁਹਾਡੀ ਜਿਹੜੀ ਨੈਗੇਟਿਵ ਚ ਆਣੀ ਚਾਹੀਦੀ ਹੈ। क्या इतनी गल समझ लग रही? Yes, sir. Yes, sir. ਜੇ ਹੁਣ ਇਸ ਡੈਰੀਵੇਸ਼ਨ ਚ ਚਲੀਏ, ਇਹ ਚ ਵਰਕ ਪੋਜ਼ਿਟਿਵ ਆਇਆ, ਇਹਦਾ ਮਤਲਬ ਮੈਂ ਜਿੰਨਾ ਵੀ ਇਹ ਵਰਕ ਕਰ ਰਿਹਾ ਮੈਂ ਚੀਜ਼ ਨੂੰ ਅਰਥ ਦੀ ਸਰਫੇਸ ਤੋਂ ਉੱਪਰ ਸੁੱਟਣ ਲਈ ਵਰਕ ਕੀਤਾ Yes, sir. ਨਾ। ਤੇ ਜਦੋਂ ਮੈਂ ਚੀਜ਼ ਨੂੰ ਉੱਪਰ ਸੁੱਟਣ ਲਈ ਵਰਕ ਕਰ ਰਿਹਾ, ਮੈਂ ਗ੍ਰੈਵਿਟੀ ਦੀ ਫੇਵਰ ਚ ਕਰ ਰਿਹਾ ਕਿ ਗ੍ਰੈਵਿਟੀ ਦੇ ਅਗੇਂਸਟ ਕਰ ਰਿਹਾ? Against. Against. ਕਰ ਰਿਹਾ। ਇਹਦਾ ਮਤਲਬ ਮੈਂ Against. ਅਟਰੈਕਸ਼ਨ ਦੇ ਅਗੇਂਸਟ ਵਰਕ ਕਰਦਾ ਪਿਆ। ਉਹ ਤੇ ਮੈਨੂੰ ਪਲੱਸ ਮਾਈਨਸ ਸਾਈਨ ਦੇ ਇੱਥੇ ਮਤਲਬ ਜ਼ਰੂਰੀ ਨੇ, ਉਹਦੇ ਫਿਜ਼ੀਕਲ ਮੀਨਿੰਗ ਕੀ ਉਹ ਪਤਾ ਹੋਣਾ ਚਾਹੀਦਾ। ਜਦੋਂ ਵੀ ਤੁਸੀਂ ਐਸ ਸੱਚ ਵਰਕ ਕੈਲਕੂਲੇਟ ਕਰਦੇ ਪਏ, ਠੀਕ ਹੈ ਜੀ, ਇਸ ਵੇਲੇ ਜੇ ਵਰਕ ਜਾਂ ਪੋਟੈਂਸ਼ੀਅਲ એનર્ਜੀ ਦੀ ਵੈਲਿਊ, ਇਹ ਜਿੰਨਾ ਮੇਰਾ ਵਰਕ ਆਇਆ ਵਾ ਇਹ ਮੇਰੀ ਗ੍ਰੈਵਿਟੇਸ਼ਨ ਪੋਟੈਂਸ਼ੀਅਲ એનર્ਜੀ ਵੀ ਆਈ ਆ, ਪਰ ਇਹ ਗ੍ਰੈਵਿਟੇਸ਼ਨ ਪੋਟੈਂਸ਼ੀਅਲ એનર્ਜੀ ਦੀ ਵੈਲਿਊ ਇਨ ਫੇਵਰ ਆਫ ਗ੍ਰੈਵਿਟੀ ਨਹੀਂ ਆਈ। ਇਹ ਇਸ ਵੇਲੇ ਉਸ ਬੋਡੀ ਦਾ ਕੀਤਾ ਹੋਇਆ ਵਰਕ ਆ ਜਿਹੜੀ ਗ੍ਰੈਵਿਟੀ ਦੇ ਅਗੇਂਸਟ ਮੂਵ ਕਰਦੀ ਪਈ ਹੈ। ਕੀ ਆ ਗੱਲ ਸਮਝ ਲੱਗਦੀ ਪਈ? Sir, repeat Yes, करें, sir. करें. ਆਪਾਂ ਇਹ ਕਹਿ ਰਹੇ ਹਾਂ ਇਸ ਵੇਲੇ ਬੋਡੀ ਅਸੀਂ ਗ੍ਰੈਵਿਟੀ ਦੇ ਅਗੇਂਸਟ ਸੁੱਟਦੇ ਪਏ। हाँ जी, sir. ਜਦੋਂ ਮੈਂ ਗ੍ਰੈਵਿਟੀ ਦੇ ਅਗੇਂਸਟ ਬੋਡੀ ਲਿਫਟ ਕਰਨੀ ਹੋਏਗੀ ਤਾਂ ਮੈਨੂੰ ਵਰਕ ਕਰਨਾ ਪਊ, ਬੋਡੀ ਨੂੰ ਵਰਕ ਕਰਨਾ ਪਊ ਕਿ ਨਹੀਂ? हाँ जी, sir. ਅਸੀਂ ਇਹ ਕਹਿ ਰਹੇ ਹਾਂ ਕਿ ਜਦੋਂ ਅਸੀਂ ਬੋਡੀ ਨੂੰ ਗ੍ਰੈਵਿਟੀ ਦੇ ਅਗੇਂਸਟ ਮੂਵ ਕਰਾਵਾਂਗੇ ਤੇ ਮੇਰਾ ਵਰਕ ਪੋਜ਼ਿਟਿਵ ਆ ਰਿਹਾ, ਇਹਦਾ ਮਤਲਬ ਜਦੋਂ ਵੀ ਵਰਕ ਜਾਂ ਪੋਟੈਂਸ਼ੀਅਲ એનર્ਜੀ ਦੀ ਵੈਲਿਊ ਪੋਜ਼ਿਟਿਵ ਆਵੇ, ਇਹਦਾ ਮਤਲਬ ਆ ਦੋ ਆਬਜੈਕਟ ਦੇ ਅੰਦਰ ਅਸੀਂ ਜੇ ਲੈ ਕੇ ਚੱਲੀਏ, ਅਸੀਂ ਕਹਿੰਦੇ ਜੀ ਉਹ ਅਟਰੈਕਟਿਵ ਫੋਰਸ ਦੇ ਅਗੇਂਸਟ ਵਰਕ ਹੋਏਗਾ। ਤੇ ਜੇ ਮੇਰਾ ਵਰਕ ਜਾਂ ਪੋਟੈਂਸ਼ੀਅਲ એનર્ਜੀ ਨੈਗੇਟਿਵ ਆਵੇ, ਇਹਦਾ ਮਤਲਬ ਹਮੇਸ਼ਾ ਉਹ ਕਹਿੰਦਾ ਜੀ ਫੋਰਸ ਆਫ ਅਟਰੈਕਸ਼ਨ ਦੀ ਫੇਵਰ ਚ ਵਰਕ ਹੁੰਦਾ ਵਾ। ਕੀ ਗੱਲ ਸਮਝ ਆਈ ਸਾਰਿਆਂ ਨੂੰ? हाँ जी, sir. Yes, sir. Yes, sir. ਚਲੋ ਇੱਥੇ ਗੱਲ ਕੰਟੀਨਿਊ ਕਰ ਰਹੇ ਹਾਂ, ਸਮਝੋਗੇ ਇਸ ਤੋਂ ਅੱਗੇ ਟਾਪਿਕ ਨੂੰ। ਆਪਾਂ ਜਿੰਨਾ ਵਰਕ ਕੀਤਾ ਬੇਟਾ ਇਹਨਾਂ ਅਸੀਂ ਕੀ ਕਰਦੇ ਵੇ, ਕਹਿੰਦਾ ਯੂ ਲਿਫਟ ਦਾ ਬੋਡੀ ਫਰਮ ਅਰਥ ਸਰਫੇਸ ਅਪ ਟੂ ਇਨਫਿਨਿਟੀ। ਤੇ ਉਹ ਕਹਿੰਦਾ ਜਿੰਨਾ ਵੀ ਤੁਸੀਂ ਇਸ ਵੇਲੇ ਬੋਡੀ ਨੂੰ ਗ੍ਰੈਵਿਟੀ ਦੇ ਅਗੇਂਸਟ ਸੁੱਟਣ ਲਈ ਵਰਕ ਕੀਤਾ ਨਾ, ਉਹ ਬੋਡੀ ਦੇ ਅੰਦਰ ਕਿਨੈਟਿਕ એનર્ਜੀ ਬਣ ਕੇ ਜਾਣਾ। ਆ ਮੇਰੇ ਚ ਚੌਕ ਪੜਿਆ ਤੇ ਜੇ ਨੂੰ ਮੈਂ ਇਸ ਵੇਲੇ ਗ੍ਰੈਵਿਟੀ ਦੇ ਅਗੇਂਸਟ ਉੱਪਰ ਸੁੱਟਣਾ ਤੇ ਮੈਂ ਜਿੰਨਾ ਵਰਕ ਕੀਤਾ ਗ੍ਰੈਵਿਟੀ ਦੇ ਅਗੇਂਸਟ ਨੂੰ ਉੱਪਰ ਸੁੱਟਣ ਲਈ, ਚੌਕ ਨੂੰ ਉਹ એનર્ਜੀ ਕਿਹੜੀ ਫਾਰਮ ਚ ਮਿਲੀ ਜੀ? Kinetic. kinetic एनर्जी, क्योंकि चौक च मोशन आई है ना, इसलिए ਅਸੀਂ ਇਹ ਡਿਫਾਈਨ ਕਰਦੇ ਹਾਂ whatever the work has to be done in moving the body in upward direction, ठीक है, that work should be stored in the body in form of kinetic energy। जेदा ਮੈਨੂੰ ਹੁਣ ਟੌਪਿਕ, ਹੁਣ ਮੈਂ ਗੱਲ ਕਨਕਲੂਡ ਕਰ ਰਿਹਾ, ਗੱਲ ਸਮਝ ਲਿਓ ਇੱਕ ਵਾਰੀ। ਜੇ ਮੈਨੂੰ ਟੌਪਿਕ ਗ੍ਰੈਵਿਟੇਸ਼ਨ ਪੋਟੈਂਸ਼ੀਅਲ ਦਾ ਆਵੇ
ਜਾਂ ਗ੍ਰੈਵਿਟੇਸ਼ਨ ਪੋਟੈਂਸ਼ੀਅਲ એનર્ਜੀ ਦਾ ਆਵੇ। ਡੈਰੀਵੇਸ਼ਨ ਆਹੀ ਸੀ, ਠੀਕ ਹੈ ਜੀ। ਫਰਕ ਉਹਨਾਂ ਦੋਨਾਂ ਟੌਪਿਕ ਦੇ ਨਾਲੋਂ ਇਸ ਟੌਪਿਕ 'ਚ ਇੱਕ ਵਾ, ਇੱਥੇ ਲਿਮਿਟ r ਟੂ ਇਨਫਿਨਿਟੀ ਆ, ਉਸ ਟੌਪਿਕ 'ਚ ਲਿਮਿਟ ਇਨਫਿਨਿਟੀ ਟੂ r ਆ। क्या ये दोनों तिन्ना दे विच डिफरेंस आपस में क्लियर है? यस सर। पोटेंशियल एनर्जी ਉਹਨਾਂ ਦੋਨਾਂ ਚ ਲਿਮਿਟ ਆਪਣੀ ਇਨਫਿਨਿਟੀ ਟੂ r ਆ, ਇਹ ਚ ਲਿਮਿਟ r ਟੂ ਇਨਫਿਨਿਟੀ, ਜਿਹਦੇ ਕਰਕੇ ਪੋਟੈਂਸ਼ੀਅਲ ਤੇ ਪੋਟੈਂਸ਼ੀਅਲ એનર્ਜੀ ਦਾ ਫਾਰਮੂਲਾ -gmm/r ਬਣਦਾ। ਇਹਦਾ ਵਰਕ ਦਾ ਫਾਰਮੂਲਾ ਇਸ ਟੌਪਿਕ ਦੇ ਅੰਦਰ +gmm/r ਬਣਿਆ। ਇਹਨਾਂ ਕਲੀਅਰ? यस सर। Yes, sir. करा कंटिन्यू। Yes, sir. चल ਹੁਣ ਇਸੇ ਤੋਂ ਅੱਗੇ ਕੰਟੀਨਿਊ ਕਰ ਰਹੇ ਹਾਂ, ਜੇ ਆਪਣਾ ਟੌਪਿਕ ਕੰਪਲੀਟ ਨਹੀਂ ਬੇਟਾ। ਹੁਣ ਜਿੰਨਾ ਤੁਸੀਂ ਬਾਡੀ ਦੇ ਉੱਤੇ ਵਰਕ ਕੀਤਾ, ਕਹਿੰਦਾ ਜੀ that should be supplied to the body in form of kinetic energy। ਜਿਹੜੇ ਆਪਾਂ ਅੱਗੇ ਲਿਖ ਕੇ ਚੱਲੀਏ ਤਾਂ ਆਪਾਂ ਇਹ ਕਹਿੰਦੇ this work done is converted into kinetic energy of body। ਤੇ therefore ਜੇ ਇਹ ਮੇਰਾ ਵਰਕ kinetic energy ਚ ਕਨਵਰਟ ਹੋਇਆ ਤੇ therefore ਆਪਾਂ ਇਹਨੂੰ ਲਿਖ ਸਕਦੇ ਵਰਕ ਇਕੁਅਲ ਟੂ kinetic energy। ਕਲੀਅਰ ਆ? यस सर। यस सर। ਇਹਦਾ ਮਤਲਬ ਆਪਣੇ ਕੋਲ ਟਰਮ ਕੀ ਆ ਗਈ ਫਿਰ gmm/r that should be equal to half mv²। ਠੀਕ ਹੈ, ਮਾਸ ਦਾ ਧਿਆਨ ਰੱਖਣਾ ਕਿਹੜਾ ਯੂਜ਼ ਕਰਨਾ। kinetic energy ਬਾਡੀ ਨੂੰ ਮਿਲੀ ਆ ਜਿਹਦਾ ਮਾਸ ਸਮਾਲ m ਆ, ਕੈਪੀਟਲ M ਅਰਥ ਦਾ ਮਾਸ ਸੀਗਾ ਮੇਰੇ ਕੋਲ। ਕਲੀਅਰ ਆ ਗੱਲ? Yes, sir. ਹੁਣ ਇਹਦੇ ਅਕੋਰਡਿੰਗਲੀ ਆਪਾਂ ਇੱਥੋਂ ਕੱਢਦੇ ਕਿ ਵੀ ਆਪਾਂ ਲੱਭਣਾ escape velocity, ਇਹ ਮਤਲਬ ਆਪਾਂ b ਦੀ ਵੈਲਿਊ ਬਣਾਣੀ ਹੈ ਬੇਟਾ। ਸੋ ਆ m ਵਿੱਚੋਂ ਕੈਨਸਲ ਹੋ ਜਾਣਾ ਤੇ ਬਾਕੀ ਟਰਮ ਨੂੰ ਐਡਜਸਟ ਕਰੋ ਤੇ b² ਆਪਣੇ ਕੋਲ ਆ ਜਾਏਗਾ 2gm/r which implies b ਦਾ ਫਾਰਮੂਲਾ ਆ ਜਾਣਾ √2gm/r। क्या आ फॉर्मूला समझ आया पहलो? यस सर। और जे फॉर्मूले ਵਿੱਚ ਧਿਆਨ ਦਿਓ ਤੇ escape velocity ਕਿਤੇ ਡਿਪੈਂਡੈਂਟ ਆ। ਕਹਿੰਦਾ ਜੀ escape velocity is independent of the mass of the projectile। ਜਿਹੜੀ ਚੀਜ਼ ਨੂੰ ਮੈਂ ਸੁੱਟਣਾ ਵਾ ਹਨਾ, ਉਹ ਬੇਸ਼ੱਕ ਇੱਕ ਚੌਕ ਆ ਤੇ ਬੇਸ਼ੱਕ ਉਹ ਹਾਥੀ ਆ, ਠੀਕ ਹੈ। ਜਿਹੜੀ ਵੀ ਚੀਜ਼ ਨੂੰ ਤੁਸੀਂ ਉੱਪਰ ਸੁੱਟਣਾ ਵਾ, ਠੀਕ ਹੈ, ਦੋਨਾਂ ਵਾਸਤੇ escape velocity ਸੇਮ ਹੋਏਗੀ। escape velocity ਕਿਤੇ ਡਿਪੈਂਡੈਂਟ ਆ? यूनिवर्सल ग्रेविटेशनल कांस्टेंट ਜਿਹਦੀ ਵੈਲਿਊ ਫਿਕਸ ਹੀ ਰਹੇਗੀ, ਚੇਂਜ ਨਹੀਂ ਹੋਣੀ। ਮਾਸ ਆਫ ਦਾ ਕਹਿੰਦਾ ਜੀ ਪਲੈਨਟ, ਜਿਹੜੇ ਪਲੈਨਟ ਤੇ ਤੁਸੀਂ ਐਕਸਪੈਰੀਮੈਂਟ ਕਰਦੇ ਪਏ ਹੋ ਉਸ ਪਲੈਨਟ ਦਾ ਮਾਸ ਕਿੰਨਾ ਉੱਤੇ ਡਿਪੈਂਡੈਂਟ ਆ, ਉਸ ਪਲੈਨਟ ਦੇ ਰੇਡੀਅਸ ਤੇ ਡਿਪੈਂਡੈਂਟ ਆ। ਪੂਰੇ ਫਾਰਮੂਲੇ ਦੇ ਅੰਦਰ ਕਿਤੇ ਵੀ ਮਾਸ ਤੇ ਸਾਈਜ਼ ਆਫ ਬਾਡੀ ਨਹੀਂ ਆਇਆ, ਯਾਨੀ ਮੈਂ ਸਮਾਲ ਸਾਈਜ਼ ਬਾਡੀ ਲਵਾਂ ਜਾਂ ਲਾਰਜ ਸਾਈਜ਼ ਬਾਡੀ ਲਵਾਂ ਹਨਾ, ਮਾਸ ਲਾਈਟਰ weight ਹੋਵੇ ਜਾਂ ਹੈਵੀਅਰ ਬਾਡੀ ਹੋਵੇ, ਸਾਰਿਆਂ ਵਾਸਤੇ escape velocity ਸੇਮ ਰਹੇਗੀ। क्या इतनी गल समझ लगी पहलो? यस सर। यस सर। मैं बॉडी नु अपवर्ड थ्रो करा, मैं बॉडी नु वर्टिकली अपवर्ड थ्रो करा या बॉडी नु मैं ऐसा च कहंदा जी वर्टिकल नाल कुछ एंगल ते कहंदा थ्रो करा है ना, दोनों केस escape velocity चेंज नहीं होनी। वो कहना जी a body is projected vertically upward and another body is projected at an angle of 60 degree with the vertical। is there any difference between the two? ठीक है, is there any difference between the escape velocity for the two cases? कहता जी नहीं, कोई चेंज आएगी, क्योंकि escape velocity angle of projection ते किते डिपेंड नहीं करती पई। escape velocity mass ते size of body ते किते डिपेंडेंट नहीं हैगी। क्या गलत समझ लगियां बेटा? यस सर। Yes, sir. ਇਹਨਾਂ ਨੂੰ ਦਿਮਾਗ 'ਚ ਵੀ ਰੱਖਣਾ ਤੇ ਇਹਨੂੰ ਬੁੱਕ ਦੇ ਵਿੱਚੋਂ ਵੀ ਨਾਲ ਪੜ੍ਹਨਾ ਵਾ। ਇਹ ਜਿਹੜੀਆਂ ਗੱਲਾਂ ਬੋਲਦਾ ਪਿਆ ਲਿਖ ਨਹੀਂ ਰਹੇ ਨਾਲ ਇਹਦੇ, ਠੀਕ ਹੈ, ਇਹ ਚੀਜ਼ਾਂ ਰਿਕਾਲ ਕਰਨੀਆਂ ਆਣੀਆਂ ਚਾਹੀਦੀਆਂ ਤੁਹਾਨੂੰ ਲੋੜ ਵੇਲੇ। कहना समझ लग रहा? जी सर। Yes. Yes. Sir. ਇਸੇ ਦੇ ਆਪਾਂ ਹਜੇ ਦੋ ਫਾਰਮੂਲੇ ਹੋਰ ਬਣਾਉਣ ਲੱਗੇ ਆ। escape velocity ਦੇ ਮੇਨ ਡੈਰੀਵੇਸ਼ਨ ਦਾ ਇੱਕ ਫਾਰਮੂਲਾ ਜਿਹੜਾ ਬਣਨਾ ਪਹਿਲਾਂ ਉਹ ਬਣ ਗਿਆ। ਹੁਣ ਇਸ ਤੋਂ ਅੱਗੇ ਆਪਾਂ ਦੋ ਇਹਦੇ ਹੋਰ ਫਾਰਮੂਲੇ ਬਣਾਣੇ। ਜੇ ਆਪਾਂ m ਨੂੰ ਲੈ ਕੇ ਚੱਲੀਏ which is defined to be the mass of the ਕਹਿੰਦਾ ਜੀ planet ਹੈ ਨਾ, ਮਾਸ ਨੂੰ ਤੁਸੀਂ ਡੈਂਸਿਟੀ ਦੀ ਫਾਰਮ 'ਚ ਕਨਵਰਟ ਕਰ ਦਿਓ। अर्थ या ਜਿਹੜੇ ਡਿਫਰੈਂਟ ਸਪੇਸ਼ੀਅਲ ਆਬਜੈਕਟਸ ਨੇ ਅਸੀਂ ਕੰਸੀਡਰ ਕਰਦੇ ਹਾਂ ਸਫੈਰਿਕਲ ਸ਼ੇਪ 'ਚ, ਤੇ ਇਸ ਲਈ ਜੇ ਤੇ ਡੈਂਸਿਟੀ ਡਿਫਾਈਨ ਕਰਾਂ, ਜੇ ਤੇ ਡੈਂਸਿਟੀ ਡਿਫਾਈਨ ਕਰੀਏ ਤੇ we know that density is given by mass by volume। mass of planet m डिफाइन करता, वॉल्यूम ਜਿਹੜਾ planet ਦਾ ਉਹ स्फीयर ਕਰਕੇ 4/3 pi r cube ਆ ਜੂ। क्लियर आ? Yes, यस sir. सर।
यानी Yes, sir. ये 3m over 4 pi r cube। हाँ जी बोलो जी। कुछ पूछन लगे से कोई जना बेटे? नहीं चलो ਹੁਣ ਜੇ ਇਸੇ ਚੀਜ਼ ਨੂੰ ਆਪਾਂ ਡੈਂਸਿਟੀ ਦਾ ਪੁੱਤ ਜਿਹੜਾ ਫਾਰਮੂਲਾ ਬਣਿਆ ਇਹ ਚੋਂ ਮਾਸ ਦਾ ਫਾਰਮੂਲਾ ਕੱਢ ਦਈਏ ਹੈਨਾ ਤੇ देयरफॉर ਆਪਣੇ ਕੋਲ ਮਾਸ ਲਈ ਫਾਰਮੂਲਾ ਬਣ ਜਾਣਾ m rho into 4 pi r cube over ਕਿੰਨਾ ਜੀ ਮੇਰੇ ਕੋਲ 3 ਤੇ ਜਿੰਨੀ ਮਾਸ ਦੀ ਵੈਲਿਊ ਬਣੀ ਇਹਨੂੰ ਇੱਥੇ ਪੁੱਟ ਅਪ ਕਰ ਲਈਏ ਤੇ ਫਿਰ escape velocity ਦਾ ਇੱਕ ਫਾਰਮੂਲਾ in term of density of planet ਆ ਜਾਏਗਾ ਠੀਕ ਹੈ ਤੇ देयरफॉर ਜੇ ਆ ਚੀਜ਼ ਇੱਥੇ ਬਣਾ ਲਈਏ ਤੇ ਆਪਣਾ ਫਾਰਮੂਲਾ ਜਿਹੜਾ ਬਣ ਜਾਣਾ अपने को आ जाएगी escape velocity की वैल्यू √2g/r और m की थां ते वैल्यू कर दो rho into 4 pi r cube rho into 4 pi r cube over अपने को हैगा जी जेड़ा 3 ठीक है इनो एडजस्ट करो ते अपने को ਇਹਦੇ ਵਿੱਚ ਇੱਕ r ਸਿਰਫ ਇੱਥੇ ਕੈਨਸਲ ਹੋਣਾ ਤੇ ਬਾਕੀ ਫਾਰਮੂਲਾ ਇੱਥੇ ਡਿਫਾਈਨ ਕਰ ਲਓ ਤਾਂ ਆਪਣੇ ਕੋਲ escape velocity ਦਾ ਕੀ ਆ ਜਾਊ देखदा पिया लास्ट स्टेप इथे लिख रहा हूं मैं ठीक है बाद दे विचों फिर अगे कंटिन्यू कर ले इनु एडजस्ट कर लो तो अपनी टर्म बन जानी 8/3 pi r square into g into rho यानी आ मेरे को escape velocity दा सेकंड फार्मूला इन टर्म ऑफ डेंसिटी ऑफ अर्थ आ जो क्या क्लियर है Yes, sir. ਇਹ ਚ ਕਿਸੇ ਨੂੰ ਕੋਈ ਸਟੈਪ ਦਾ ਡਾਊਟ ਤੇ ਇੱਕ ਵਾਰੀ ਦੱਸੋ ਨਹੀਂ ਤਾਂ ਫਿਰ ਇਹਦਾ ਲਾਸਟ ਪਾਰਟ ਇਹਦਾ ਜਿਹੜਾ ਉਹ ਕਰੀਏ हाँ जी क्लियर है बच्चे Yes, sir. Yes, sir. मैं एक फोटो क्लिक कर दा फिर उसके बाद कर दे हाँ जी ऊपर थोड़ी स्पेस ले रहा उथे कर दे कंटिन्यू ਇਹਦਾ ਥਰਡ ਇੱਕ ਹੋਰ ਫਾਰਮੂਲਾ ਜਿਹੜਾ ਬੰਨਾ ਪੁੱਤ ਉਹ ਐਸਾ ਚ ਇਸੇ ਤੋਂ ਬਣਾਵਾਂਗੇ ਵੀ ਨੋ ਦੈਟ escape velocity ਦਾ ਫਾਰਮੂਲਾ ਆ ਗਿਆ ਆਪਣੇ ਕੋਲ √2gm/r ਤੇ ਜੇ ਇਹਨੂੰ ਮੈਂ ਹੁਣ ਇਸ ਵੇਲੇ ਯੂਨੀਵਰਸਲ ਗ੍ਰੈਵਿਟੇਸ਼ਨਲ ਕਨਸਟੈਂਟ ਨੂੰ ਇਹਨੂੰ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਚ ਕਨਵਰਟ ਕਰਨਾ ਤੇ ਅਸੀਂ ਕੈਪੀਟਲ ਜੀ ਤੇ ਸਮਾਲ ਜੀ ਦਾ ਇੱਕ ਰਿਲੇਸ਼ਨ ਕੀਤਾ ਸੀ ਭੁੱਲੇਗਾ ਕੋਈ ਕੀ ਸੀਗਾ Small g. small g equal to Capital G into m हाँ जी on r square. दोबारा बोलो Capital G into capital M. बिल्कुल स्मॉल जी का फार्मूला सी gm/r² ठीक है इथों gm ਦੀ ਵੈਲਿਊ ਕੱਢ ਦੋ ਤੇ gm ਦੀ ਵੈਲਿਊ ਆ ਜਾਣੀ ਆ gr² ਇਹਨੂੰ ਸਬਸਟੀਟਿਊਟ ਕਰ ਦੋ ਤੇ escape velocity ਦਾ ਇੱਕ ਫਾਰਮੂਲਾ ਆ ਬਣ ਜਾਏਗਾ √2/r into gr² ठीक है जी r कैंसिल आउट कर लो ਤੇ देयरफॉर अपने ਕੋਲ escape velocity ਦਾ ਫਾਰਮੂਲਾ ਜਿਹੜਾ ਥਰਡ ਬਣ ਜਾਣਾ ਉਹ ਆ ਜਾਏਗਾ ਜੀ √2gr क्या इना क्लियर Yes. Yes. Yes, sir. Yes, sir. ये तो हजे समझो कंटिन्यू करांगे ਆਪਾਂ ਇਸੇ ਚੀਜ਼ ਨਾਲ ਜੀ ਹੁਣ ਜੇ ਕੋਈ ਇਸ ਫਾਰਮੂਲੇ ਦੇ ਅਕੋਰਡਿੰਗਲੀ ਚੱਲੀਏ ਤੇ ਆਪਾਂ ਨੂੰ ਇਹ ਮਿਲਦਾ ਪਿਆ escape velocity ਐਸ ਸੱਚ ਕਿਸੇ ਵੀ ਪਲੈਨਟ ਦੀ g ਤੇ ਡਿਪੈਂਡ ਕਰੇਗੀ ठीक है उस प्लैनेट ਦਾ g ਕਿੰਨਾ ਤੇ ਸੈਕਿੰਡ ਉਸ ਪਲੈਨਟ ਦੇ ਰੇਡੀਅਸ ਤੇ ਡਿਪੈਂਡ ਕਰੇਗੀ ਜੇ ਮੈਂ ਇਸੇ ਵੈਲਿਊ ਨੂੰ ਲੈ ਕੇ ਇੱਕ ਕੁਐਸਚਨ ਬਣਾਵਾਂ क्वेश्चन ये होएगा why the moon does not have any atmosphere moon ਦਾ atmosphere ਕੋਈ ਨਹੀਂ ਹੈਗਾ अर्थ ਦਾ atmosphere ਹੈਗਾ ਕਿਉਂ ਹੈਗਾ ਤੇ ਬੇਟੇ ਅਸੀਂ ਉਹਨੂੰ ਡਿਫਾਈਨ ਕਰਨ ਲਈ escape velocity ਦਾ ਕਨਸੈਪਟ ਜੋੜ ਸਕਦੇ ਅਸੀਂ ਕਹਿੰਦੇ ਕਿ ਜੇ ਮੈਂ g ਦੀ ਵੈਲਿਊ अर्थ ਤੇ ਲਵਾਂ ਤੇ ਜੇ ਮੈਂ g ਦੀ ਵੈਲਿਊ moon ਤੇ ਲਵਾਂ ਹੈਨਾ ਦੋਨਾਂ ਕੇਸਿਸ ਦੇ ਅੰਦਰ ਜੇ ਲੈ ਕੇ ਚੱਲੀਏ ਅਸੀਂ ਡਿਫਾਈਨ ਕਰਦੇ अर्थ ਦੇ ਨਾਲੋਂ moon ਦੇ ਉੱਤੇ g ਦੀ ਵੈਲਿਊ 1/6 ਰਹਿ ਜਾਂਦੀ ਹੈ 9th ਵਿੱਚ ਯਾਦ ਹੋਵੇ ਤੇ ਚੀਜ਼ ਤੁਸੀਂ ਕੀਤੀ ਸੀਗੀ कि जे ਅਸੀਂ ਮੂਨ ਦੇ ਉੱਤੇ g ਦੀ ਵੈਲਿਊ ਕੱਢਣੀ ਹੋਵੇ ਠੀਕ ਹੈ ਮੂਨ ਦੇ ਉੱਤੇ ਅਸੀਂ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੀ ਵੈਲਿਊ ਕੱਢੀਏ ਤੇ ਉਹ 1/6 ਦਾ ਵੈਲਿਊ ਆਫ g ਔਨ ਅਰਥ ਹੈਗਾ ਕੀ ਆ ਚੀਜ਼ ਪਤਾ ਜੋ ਬੋਲ ਰਹੇ ਆ Yes, sir. Yes, sir. Yes, sir. ਤੇ ਮੂਨ ਦਾ ਸਾਈਜ਼ ਲਵਾ ਉਹ ਵੀ ਅਰਥ ਤੋਂ ਛੋਟਾ ਵਾ ਹੈਨਾ ਇਹਦਾ ਮਤਲਬ ਜਿਹੜਾ ਰੇਡੀਅਸ ਆਫ ਮੂਨ ਹੋਏਗਾ that should also be lesser than the radius of earth ਉਹਦੀ ਐਗਜ਼ੈਕਟ ਵੈਲਿਊ ਨਹੀਂ ਪਤਾ ਇਸ ਲਈ ਉਹ ਨਹੀਂ ਲਿਖ ਰਹੇ ਇਹਦਾ ਮਤਲਬ ਜੇ ਮੈਂ ਦੋਨੋਂ ਫੈਕਟਰ ਦੇ ਨਾਲ escape velocity on moon ਕੈਲਕੂਲੇਟ ਕਰਾਂ
ਤੇ ਇਹਦਾ ਮਤਲਬ ਹੋ ਗਿਆ ਮੂਨ ਤੇ escape velocity ਦੀ ਵੈਲਿਊ ਬਹੁਤ ਘੱਟ ਆ। ਠੀਕ ਹੈ, ਹੁਣ ਇਹਨੂੰ ਜੇ ਕੰਪੈਰੀਟਿਵ ਕਰੀਏ ਤਾਂ ਆਪਾਂ ਇਦਾਂ ਕਹਿੰਦੇ ਕਿ ਜੇ g ਦੀ ਵੈਲਿਊ ਤੇ r ਦੀ ਵੈਲਿਊ ਤੁਸੀਂ ਅਰਥ ਸਰਫੇਸ ਲਈ ਪੁੱਟ ਕਰਦੇ ਹੋ, ਅਰਥ ਵਾਸਤੇ g ਦੀ ਵੈਲਿਊ 9.8 ਤੇ ਰੇਡੀਅਸ ਆਫ ਅਰਥ ਜਿਹੜਾ ਮੇਰਾ 6400 ਕਿਲੋਮੀਟਰ ਆ। ਮੈਂ ਤੇ ਵੈਲਿਊ ਪਾ ਰਹੀ ਹਾਂ। ਜੇ ਆਪਾਂ ਇੱਥੇ ਇਹਨੂੰ ਇਦਾਂ ਕੰਟੀਨਿਊ ਕਰੀਏ, ਠੀਕ ਹੈ ਜੀ, ਔਰ ਅਰਥ ਜੇ ਅਰਥ ਵਾਸਤੇ ਇਹਨੂੰ ਡਿਫਾਈਨ ਕਰੀਏ ਤੇ ਅਰਥ ਵਾਸਤੇ escape velocity ਦੀ ਵੈਲਿਊ 2 9.8 6400 ਕਿਲੋਮੀਟਰ ਦੇ ਮੀਟਰ ਬਣਾ ਕੇ ਸੋਲਵ ਕਰ ਲਵਾਂ। ਠੀਕ ਹੈ, ਅਲਟੀਮੇਟ ਇਹਦੀ ਵੈਲਿਊ ਸਾਰੇ ਦੀ ਸਾਰੀ ਜੇ ਫਾਈਨਲ ਲਿਖੀਏ ਤੇ ਇਹ ਆਉਂਦੀ ਜੀ 11.2 ਕਿਲੋਮੀਟਰ ਪਰ ਸੈਕਿੰਡ। ਇਹਦਾ ਮਤਲਬ ਅਰਥ ਦੀ ਗ੍ਰੈਵਿਟੀ ਪੁੱਲ ਤੋਂ ਬਾਹਰ ਕੱਢਣ ਲਈ ਕਿਸੇ ਆਬਜੈਕਟ ਨੂੰ ਮਿਨੀਮਮ ਵੈਲੋਸਿਟੀ ਮਿਨੀਮਮ ਜਿਹੜੀ ਦੇਣੀ ਪਏਗੀ ਹਨਾ, ਇਟ ਸ਼ੁੱਡ ਬੀ ਇਕੁਅਲ ਟੂ 11.2 ਕਿਲੋਮੀਟਰ ਪਰ ਸੈਕਿੰਡ। ਯਾਨੀ ਜੇ ਮੈਂ ਤੋਂ ਚੌਕ ਨੂੰ 11.2 ਕਿਲੋਮੀਟਰ ਪਰ ਸੈਕਿੰਡ ਦੀ ਸਪੀਡ ਨਾਲ ਉੱਪਰ ਨੂੰ ਥਰੋ ਕਰਾਂ ਵਿਦ ਦਾ ਕੰਡੀਸ਼ਨ ਕੋਈ ਫ੍ਰਿਕਸ਼ਨ ਨਹੀਂ ਹੋਵੇ ਐਟਮੋਸਫੀਅਰ 'ਚ, ਕੋਈ g ਦੀ ਵੈਲਿਊ 'ਚ ਚੇਂਜ ਨਾ ਆਵੇ। ਠੀਕ ਹੈ, ਅਰਥ ਦੀ ਰੋਟੇਸ਼ਨ ਕਰਕੇ g ਘਟ ਜਾਣੀ ਆ। ਠੀਕ ਹੈ ਜੀ, ਜੇ ਮੈਂ ਅਰਥ ਦੀ ਰੋਟੇਸ਼ਨ ਨਾ ਗਿਣਾ, ਠੀਕ ਹੈ, ਮੈਂ ਐਸ ਚ ਫ੍ਰਿਕਸ਼ਨਲ ਫੋਰਸ ਕੋਈ ਨਹੀਂ ਹੈਗੀ ਤੇ ਮਿਨੀਮਮ ਵੈਲੋਸਿਟੀ ਉਸ ਆਬਜੈਕਟ ਨੂੰ ਜਿਹੜੀ ਪ੍ਰੋਵਾਈਡ ਕਰਨੀ ਪਏਗੀ ਇਟ ਸ਼ੁੱਡ ਬੀ 11.2 ਕਿਲੋਮੀਟਰ ਪਰ ਸੈਕਿੰਡ। ਠੀਕ ਹੈ, ਪਰ ਜੇ ਮੈਂ ਮੂਨ ਦੇ ਉੱਤੇ ਕੱਢਾਂ ਤੇ ਉਹ ਤਾਂ ਮੂਨ ਦੇ ਉੱਤੇ g ਦੀ ਵੈਲਿਊ ਅਰਥ ਦੇ ਨਾਲੋਂ 9.8 ਦਾ 1/6 ਦਾ ਯਾਨੀ 2 ਪੁਆਇੰਟ ਸਮਥਿੰਗ ਰਹਿ ਜਾਂਦੀ, ਰੇਡੀਅਸ ਵੀ ਛੋਟਾ ਵਾ। ਤੇ ਇਹਦੇ ਅਕੋਰਡਿੰਗਲੀ ਜੇ ਅਸੀਂ ਮੂਨ ਦੇ ਉੱਤੇ escape velocity ਕੱਢਣੀ ਆ ਤੇ ਉਹਦੀ ਵੈਲਿਊ ਮੇਰੀ 3 ਕਿਲੋਮੀਟਰ ਪਰ ਸੈਕਿੰਡ ਦੇ ਆਸ-ਪਾਸ ਆ।